हाँ जी, सत श्री अकाल साਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਠੀਕ ਠਾਕ ਹੋ? ਹਾਂਜੀ, ਅੱਜ ਦਾ ਆਪਾਂ ਲੈਕਚਰ ਸ਼ੁਰੂ ਕਰਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਥੋੜਾ ਜਿਹਾ ਕੋਰਿਲੇਟ ਕਰ ਦਿੰਦੇ ਹਾਂ। ਆਪਾਂ ਕੀਤਾ ਸੀਗਾ ਮੇਨ ਮੈਥਡ ਟੂ ਫਾਈਂਡ ਦਾ ਆਰਡਰ ਆਫ ਰਿਐਕਸ਼ਨ, ਜਿਹਦੇ ਲਈ ਆਪਾਂ ਵੇਰੀਅਸ ਮੈਥਡ ਕੀਤੇ ਸੀ, ਜਿਹਦੇ ਵਿੱਚੋਂ ਇਨੀਸ਼ੀਅਲ ਰੇਟ ਮੈਥਡ ਜਿਹੜਾ ਹੈਗਾ ਸੀ ਉਹ ਕਾਫੀ ਇੰਪੋਰਟੈਂਟ ਸੀ, ਜਿਸ ਬੇਸ 'ਤੇ ਨਿਊਮੈਰੀਕਲਸ ਆਉਣਗੇ, ਕੰਪੀਟੀਸ਼ਨ ਦੇ ਵਿੱਚ ਕੁਐਸਚਨ ਵੀ ਆਉਣਗੇ। ਉਸ ਤੋਂ ਬਾਅਦ ਇੰਟੈਗਰੇਸ਼ਨ ਰੇਟ ਮੈਥਡ ਸੀ, ਆਪਾਂ ਉਹ ਕਰ ਲਿਆ ਡਿਟੇਲ ਦੇ ਵਿੱਚ। ਪਹਿਲਾਂ ਜ਼ੀਰੋ ਤੇ ਫਸਟ ਆਰਡਰ ਦਾ ਕੀਤਾ ਹੈਗਾ, ਅਤੇ ਗ੍ਰਾਫੀਕਲ ਮੈਥਡ ਸੀ, ਔਸਟਵਾਲਡ ਮੈਥਡ ਸੀ, ਅਤੇ ਫਰੋਮ ਦਾ ਯੂਨਿਟ ਆਫ ਰੇਟ ਕੌਂਸਟੈਂਟ ਸੀਗਾ। ਇਹ 5 ਆਪਾਂ ਮੈਥਡ ਜਿਹੜੇ ਸਟੱਡੀ ਕੀਤੇ। ਹੋਪ ਕਿ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਨੈਕਸਟ ਆਪਣੇ ਕੋਲ ਟੌਪਿਕ ਆਉਂਦਾ ਜੀ ਸੂਡੋ ਕੈਮੀਕਲ ਰਿਐਕਸ਼ਨਸ। ਸੂਡੋ ਕੈਮੀਕਲ ਰਿਐਕਸ਼ਨ, ਕੈਮੀਕਲ ਰਿਐਕਸ਼ਨਸ। ਹੁਣ ਇਹ ਨਾਮ ਤੋਂ ਹੀ ਪਤਾ ਚੱਲਦਾ ਹੈ ਜੀ। ਥੋੜ੍ਹਾ ਜਿਹਾ ਤੁਹਾਨੂੰ ਸਮਝਾਉਣਾ। ਸੂਡੋ ਜੋ ਕੈਮੀਕਲਸ ਰਿਐਕਸ਼ਨਸ ਹੁੰਦੀਆਂ ਨੇ ਨਾ, ਇਹ ਐਕਚੁਅਲੀ ਜੇ ਆਪਾਂ ਸਿੰਪਲ ਜੀ ਦੀ ਡੈਫੀਨੇਸ਼ਨ ਦੇਣੀ ਹੋਵੇ ਤਾਂ ਇਹ ਕੀ ਹੋਊਗੀ? ਰਿਐਕਸ਼ਨ ਸੀਮਸ ਟੂ ਬੀ ਹਾਇਰ ਆਰਡਰ ਬਟ ਐਕਚੁਅਲੀ ਦੇ ਆਰ ਆਫ ਲੋ ਆਰਡਰ। ਇਹਦਾ ਮੀਨਿੰਗ ਇਹ ਹੈ। ਤੁਸੀਂ ਇਹੀ ਡੈਫੀਨੇਸ਼ਨ ਇਹਦੀ ਲਿਖ ਸਕਦੇ ਹੋ। ਇਹਦੇ ਵਿੱਚ ਫਰਦਰ ਜਿਵੇਂ ਮੈਂ ਕਹਤਾ ਵੀ ਸੂਡੋ ਫਸਟ ਆਰਡਰ ਰਿਐਕਸ਼ਨ ਹੈ, ਸੂਡੋ ਫਸਟ ਆਰਡਰ। ਫਸਟ ਆਰਡਰ ਤੋਂ ਹੁਣ ਆਪਾਂ ਨੂੰ ਪਤਾ ਚੱਲ ਜਾਏਗਾ ਇਹਦੀ ਫਿਰ ਡੈਫੀਨੇਸ਼ਨ ਕੀ ਬਣ ਜੂਗੀ? ਰਿਐਕਸ਼ਨ ਸੀਮਸ ਟੂ ਬੀ ਸੈਕੰਡ ਆਰਡਰ ਔਰ ਹਾਇਰ ਆਰਡਰ ਬਟ ਐਕਚੁਅਲੀ ਕੀ ਹੋਏਗੀ? ਉਹ ਫਸਟ ਆਰਡਰ ਹੋਏਗੀ। ਇਹਨੂੰ ਨਾ ਸੂਡੋ ਜਿਹੜੀਆਂ ਕੈਮੀਕਲ ਰਿਐਕਸ਼ਨ ਹੁੰਦੀਆਂ ਨੇ, ਇਹਨਾਂ ਦਾ ਕਾਰਨ ਕੀ ਹੈ ਸੂਡੋ ਕੈਮੀਕਲ ਰਿਐਕਸ਼ਨਸ ਦਾ? ਇਹਨਾਂ ਦੇ ਵਿੱਚ ਜੇ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈਣਾ, ਮੈਂ ਸਿੰਪਲ ਜੀ ਐਗਜ਼ਾਮਪਲ ਹੈ। ਇਹਦੀ ਐਗਜ਼ਾਮਪਲ ਤੁਸੀਂ ਇਹ ਲਿਖ ਸਕਦੇ ਹੋ। ਹਾਈਡਰੋਲਿਸਿਸ ਆਫ ਐਸਟਰ ਆਪਾਂ ਕੀਤਾ ਹੋਇਆ ਹੈ। ਐਸਟਰ ਕੀ ਹੁੰਦੇ ਨੇ? ਆਰ ਸੀ ਡਬਲ ਬੌਂਡ ਓ ਆਰ ਡੈਸ਼, ਹੈ ਨਾ। ਆਰ ਕੀ ਇਹਦੇ 'ਚ ਕਾਰਬਨ ਚੇਨ ਹੁੰਦੀ ਹੈ, 1 ਕਾਰਬਨ 2 ਕਾਰਬਨ 3 ਕਾਰਬਨ, ਕੁਛ ਵੀ ਹੋ ਸਕਦਾ ਹੈ ਕਾਰਬਨ ਚੇਨ। ਐਸਟਰ ਦੀ ਜਦੋਂ ਆਪਾਂ ਹਾਈਡਰੋਲਿਸਿਸ ਕਰਦੇ ਹਾਂ ਤਾਂ ਆਪਣੇ ਕੋਲ ਕੀ ਮਿਲਦਾ? ਇਹਦੇ 'ਚ ਇੱਕ ਕਾਰਬੋਕਸਿਲਿਕ ਐਸਿਡ ਬਣਦੇ ਨੇ, CH3COOH ਹੋ ਗਿਆ, ਜਿਹਨੂੰ ਆਪਾਂ ਆਰ ਲੈ ਸਕਦੇ ਹਾਂ। ਅਗਰ ਮੈਂ ਆਰ ਇੱਥੇ CH3 ਲਿਆ ਹੈ ਨਾ, ਅਤੇ ਇੱਕ ਕੀ ਬਣ ਜਾਂਦੇ ਨੇ? ਅਲਕੋਹਲ ਬਣ ਜਾਂਦੇ ਨੇ, ROH। ਇਹਨੂੰ ਮੈਂ ਆਰ ਹੀ ਲੈ ਲੈਣਾ, RCOOH ਅਤੇ ROH ਜਿਹੜਾ ਹੈਗਾ ਇਹ ਆਰ ਡੈਸ਼ ਵਾਲਾ ਬਣ ਜਾਂਦਾ, ਇਹਦੇ ਕਰਸਪੋਂਡਿੰਗ ਇਹ ਵਾਲਾ ਬਣਦਾ। ਐਸਿਡ ਅਤੇ ਅਲਕੋਹਲ ਬਣਦੇ ਨੇ RCOOH ਪਲੱਸ R ਡੈਸ਼ OH, ਹੈ ਨਾ। ਹੁਣ ਆਪਾਂ ਨੂੰ ਦੇਖਣ 'ਚ ਕੀ ਲੱਗਦੀ ਹੈ? ਇਹ ਰਿਐਕਸ਼ਨ ਸੈਕੰਡ ਆਰਡਰ ਹੈ, ਕਿਉਂਕਿ ਇਹਦੇ 'ਚ 2 ਕੰਪੋਨੈਂਟ ਨੇ, ਇੱਕ ਐਸਟਰ ਹੈ, ਇੱਕ ਵਾਟਰ ਹੈ। 2 ਚੀਜ਼ਾਂ ਨੇ, ਤਾਂ ਆਪਾਂ ਨੂੰ ਲੱਗਦਾ ਕਿ ਦੋਨਾਂ ਦੇ ਉੱਪਰ ਰੇਟ ਜਿਹੜਾ ਰਿਐਕਸ਼ਨ ਦਾ ਡਿਪੈਂਡ ਕਰਦਾ ਹੋਊਗਾ, ਤਾਂ ਇਹ ਸੈਕੰਡ ਆਰਡਰ ਰਿਐਕਸ਼ਨ ਹੈ। ਤਾਂ ਇਹ ਸੂਡੋ ਕਿਵੇਂ ਹੋਈ? ਬਟ ਇਹਦੇ 'ਚ ਕੀ ਹੈਗਾ? ਇਹ ਹੈ ਫਸਟ ਆਰਡਰ ਰਿਐਕਸ਼ਨ। ਸੀਮਸ ਟੂ ਬੀ ਸੈਕੰਡ ਆਰਡਰ ਬਟ ਐਕਚੁਅਲੀ ਇਟ ਇਜ਼ ਆਫ ਫਸਟ ਆਰਡਰ ਰਿਐਕਸ਼ਨ, ਕਿਉਂਕਿ ਇਹਨਾਂ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈਗਾ? ਇੱਕ ਕੰਪੋਨੈਂਟ ਜਿਹੜਾ ਹੈਗਾ ਦੂਸਰੇ ਦੇ ਕੰਪੈਰੇਟਿਵ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਹੁੰਦਾ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਕੰਪੋਨੈਂਟ ਬਹੁਤ ਘੱਟ ਕੁਆਂਟੀਟੀ 'ਚ ਹੁੰਦਾ, ਅਤੇ ਜਿਹੜਾ ਘੱਟ ਕੁਆਂਟੀਟੀ 'ਚ ਹੁੰਦਾ ਹੈ ਉਹ ਸਾਰਾ ਯੂਜ਼ ਹੋ ਜਾਂਦਾ। ਪੂਰੀ ਰੇਟ ਉਸੇ ਦੇ ਉੱਪਰ ਡਿਪੈਂਡ ਕਰਦੀ ਹੈ। ਹਾਇਰ ਅਮਾਊਂਟ ਵਾਲੇ ਦਾ ਕੋਈ ਫਰਕ ਨਹੀਂ ਪੈਂਦਾ, ਤਾਂ ਉਹਨੂੰ ਆਪਾਂ ਇਗਨੋਰ ਮਾਰ ਦਿੰਦੇ ਹਾਂ। ਦੈਟਸ ਵਾਈ ਹੁਣ ਇਸ ਕੇਸ ਦੇ ਵਿੱਚ ਕੀ ਹੈਗਾ? ਵਾਟਰ ਹੈ ਅਤੇ ਐਸਟਰ ਹੈ। ਐਸਟਰ ਦੀ ਅਮਾਊਂਟ ਐਜ਼ ਕੰਪੇਅਰ ਟੂ ਵਾਟਰ ਬਹੁਤ ਘੱਟ ਹੁੰਦੀ ਹੈ, ਅਤੇ ਵਾਟਰ ਦਾ ਕੋਈ ਪਰਸੈਂਟੇਜ ਚੇਂਜ ਨਹੀਂ ਹੁੰਦੀ, ਬਟ ਐਸਟਰ ਜਿਹੜਾ ਸਾਰਾ ਯੂਜ਼ ਹੋ ਜਾਂਦਾ। ਦੈਟਸ ਵਾਈ ਇਹ ਓਨਲੀ ਦਾ ਰੇਟ ਜਿਹੜਾ ਹੈਗਾ ਐਸਟਰ ਦੀ ਅਮਾਊਂਟ 'ਤੇ ਡਿਪੈਂਡ ਕਰਦਾ। ਇਹਨੂੰ ਸੂਡੋ ਫਸਟ ਰਿਐਕਸ਼ਨ ਆਪਾਂ ਕਵਾਂਗੇ, ਹੈ ਨਾ ਜੀ, ਫਸਟ ਆਰਡਰ ਰਿਐਕਸ਼ਨ। ਤਾਂ ਹੋਪ ਸਮਝ ਆ ਗਿਆ ਹੋਊਗਾ ਤੁਹਾਨੂੰ ਸੂਡੋ ਕੈਮੀਕਲ ਰਿਐਕਸ਼ਨਸ ਕਿਹੜੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਅੱਜ ਦੇ ਵਿੱਚ ਜਿਹੜਾ ਟੌਪਿਕ ਆਉਂਦਾ ਹੈ, ਇਹਨੂੰ ਹੈਡਿੰਗ ਲਿਖੋ, ਬੜਾ ਇੰਪੋਰਟੈਂਟ ਟੌਪਿਕ ਹੈ। ਇਹਦੇ ਅੱਗੇ ਸਟਾਰ ਪੁਆਇੰਟ ਨਾਲ ਇਹਨਾਂ 2 ਚੀਜ਼ਾਂ ਅੱਗੇ ਫਰਦਰ ਜਿਹੜੀਆਂ ਹੈਗੀਆਂ ਨੇ ਕਲੀਅਰ ਹੋਣਗੀਆਂ ਤੁਹਾਨੂੰ। ਤੁਹਾਨੂੰ ਯਾਦ ਕਰਾ ਦਾਂ ਕਿ ਇੱਕ ਮੈਂ ਪਿੱਛੇ ਸਟਾਰਟਿੰਗ ਦੇ ਵਿੱਚ ਜਦੋਂ ਇੱਕ ਆਪਾਂ ਟੌਪਿਕ ਕੀਤਾ ਸੀਗਾ ਕਿ ਮੇਨ ਫੈਕਟਰ ਅਪੋਨ ਵਿੱਚ ਰੇਟ ਆਫ ਰਿਐਕਸ਼ਨ ਡਿਪੈਂਡ, ਠੀਕ ਹੈ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਟੌਪਿਕ ਕਰਵਾਇਆ ਸੀ ਟੈਂਪਰੇਚਰ। ਟੈਂਪਰੇਚਰ ਦੇ ਵਿੱਚ ਮੈਂ ਜਨਰਲ ਲਿਖਤਾ ਸੀਗਾ, ਦੱਸਤਾ ਸੀ ਤੁਹਾਨੂੰ ਕਿ ਟੈਂਪਰੇਚਰ ਦੇ ਜਿਹੜਾ ਹੈਗਾ ਰੇਟ ਆਫ ਰਿਐਕਸ਼ਨ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ। ਜਿੰਨਾ ਟੈਂਪਰੇਚਰ ਵੱਧਦਾ ਜਾਊਗਾ ਉਨਾ ਰੇਟ ਆਫ ਰਿਐਕਸ਼ਨ ਜਿਹੜਾ ਹੈਗਾ ਵੱਧਦਾ ਜਾਊਗਾ, ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ। ਆਪਾਂ ਇਹ ਡਾਇਰੈਕਟ ਗੱਲ ਕੀਤੀ ਹੋਈ ਹੈ ਨਾ। ਟੈਂਪਰੇਚਰ ਦੇ ਡਾਇਰੈਕਟਲੀ ਪ੍ਰਪੋਰਸ਼ਨ ਕਿਵੇਂ ਹੁੰਦਾ, ਕਿਵੇਂ ਅੱਗੇ ਫਰਦਰ ਇਨਕਰੀਜ਼ ਹੁੰਦਾ, ਉਹਦੀ ਆਪਾਂ ਡਿਟੇਲ ਸਟੱਡੀ ਅੱਜ ਦੇ ਵਿੱਚ ਕਰਨੀ ਆ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਟੌਪਿਕ ਕਰਵਾਉਣਾ। ਹੈਡਿੰਗ ਲਿਖੋ ਕੋਲਿਜ਼ਨ ਥਿਊਰੀ। ਕੋਲਿਜ਼ਨ ਥਿਊਰੀ ਬ੍ਰੈਕਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਐਨਰਜੀ ਐਂਡ ਓਰੀਐਂਟੇਸ਼ਨ ਬੈਰੀਅਰ ਫॉर ਦਾ ਰਿਐਕਸ਼ਨਸ ਜਾਂ 2 ਰਿਐਕਸ਼ਨਸ।
हाँ जी, कोलिजन थ्योरी एनर्जी एंड ओरीएंटेशन बैरीयर टू द रिएक्शन। एक्चुअली की चीज़ है, हुण थोड़ा जिहा थ्योरी दसदा कि जो रिएक्टेंट प्रोडक्ट दिंदे ने ਇਹਦੇ ਵਿੱਚ ਜੋ ਰਿਐਕਟੈਂਟ ਪ੍ਰੋਡਕਟ ਦਿੰਦੇ ਨੇ ਉਹਨਾਂ ਦੇ ਵਿੱਚ ਨਾ ਦੋ ਮੇਨ ਬੈਰੀਅਰ ਹੁੰਦੇ ਨੇ ਫॉर ਅ ਰਿਐਕਸ਼ਨ ਟੂ ਬੀ ਕੰਪਲੀਟ देयर ਆਰ ਮੇਨ ਟੂ ਬੈਰੀਅਰਸ ਜਿਹਦੇ ਥਰੂ ਪ੍ਰੋਡਕਟ ਬਣ ਸਕਦਾ ਹੈ। ਫਸਟ ਵਨ ਕੀ ਹੋਏਗਾ, ਇਹ 'ਚ એનર્ਜੀ ਬੈਰੀਅਰ ਹੋਏਗਾ, ਸੈਕੰਡ ਵਨ ਇਜ਼ ਦਾ ਓਰੀਐਂਟੇਸ਼ਨ ਬੈਰੀਅਰ ਹੋਏਗਾ। ਅਗਰ ਰਿਐਕਟੈਂਟ ਉਹਨਾਂ ਦੋਨਾਂ ਬੈਰੀਅਰ ਨੂੰ ਫੁੱਲਫਿਲ ਕਰਦੇ ਨੇ, ਕੰਡੀਸ਼ਨ ਨੂੰ ਫੁੱਲਫਿਲ ਕਰਦੇ, ਦੈਨ ਦੇ ਵਿਲ ਗਿਵ ਪ੍ਰੋਡਕਟ, ਅਦਰਵਾਈਜ਼ ਰਿਐਕਸ਼ਨ ਪ੍ਰੋਸੀਡ ਨਹੀਂ ਹੋਏਗੀ। ਤਾਂ ਕੋਲਿਜ਼ਨ ਥਿਊਰੀ ਦੇ ਅਕੋਰਡਿੰਗ ਕੀ ਚੀਜ਼ ਹੈ, ਅਗਰ ਆਪਾਂ ਇੱਕ ਤੁਸੀਂ ਬ੍ਰੈਕਟ 'ਚ ਲਿਖ ਸਕਦੇ ਹੋ ਕੋਲਿਜ਼ਨਸ ਹੁੰਦੀਆਂ ਕੀ ਨੇਗੀਆਂ। ਕੋਲਿਜ਼ਨ ਜਿਹੜਾ ਹੈਗਾ ਮਿਕਸਚਰ ਦੇ ਵਿੱਚ ਅਸਲ ਵਿੱਚ ਕੀ ਚੀਜ਼ ਹੈ ਲਿਖ ਸਕਦਾ, ਨੰਬਰ ਆਫ ਕੋਲਿਜ਼ਨਸ ਦੈਟ ਟੇਕਸ ਪਲੇਸ ਪਰ ਯੂਨਿਟ ਟਾਈਮ ਇਨ ਯੂਨਿਟ ਵੋਲੀਅਮ ਦੇ ਵਿੱਚ ਜਿੰਨੀਆਂ ਕੋਲਿਜ਼ਨਸ ਪਰ ਟਾਈਮ ਯੂਨਿਟ ਟਾਈਮ ਦੇ ਵਿੱਚ ਅਕਰ ਹੁੰਦੀਆਂ ਨੇ ਉਹੀ ਜਿਹੜੀਆਂ ਹੈਗੀਆਂ ਨੇ ਪ੍ਰੋਡਕਟ ਦੇਣ ਦੀ ਐਬਿਲਿਟੀ ਰੱਖਦੀਆਂ ਨੇ। ਜਿੰਨੀਆਂ ਕੋਲਿਜ਼ਨ ਵੱਧ ਹੋਣਗੀਆਂ ਪਲੱਸ ਨਾਲ ਆ ਦੋਨੋਂ ਵੈਰੀਅਰ ਜਿਹੜੇ ਹੈਗੇ ਨੇ ਫੁੱਲਫਿਲ ਹੋਣੇ ਚਾਹੀਦੇ ਨੇ। ਪਹਿਲੀ ਗੱਲ ਕੋਲਿਜ਼ਨ ਵੱਧ ਹੋਣੀਆਂ ਚਾਹੀਦੀਆਂ ਨੇ, ਨੰਬਰ 2 ਤੇ ਵੈਰੀਅਰ ਦੋਨੇ ਫਿਲਫਿਲ ਹੋਣੇ ਚਾਹੀਦੇ ਨੇ। ਉਹਨਾਂ ਜ਼ਿਆਦਾ ਰੇਟ ਰਿਐਕਸ਼ਨ ਦਾ ਹੋਊਗਾ ਕਿਉਂਕਿ ਆਪਾਂ ਇਸ ਚੈਪਟਰ 'ਚ ਰੇਟ ਪੜ੍ਹ ਰਹੇ ਹਾਂ। ਤਾਂ ਰੇਟ ਜਿਹੜਾ ਡਿਪੈਂਡ ਕਰਦਾ ਕੋਲਿਜ਼ਨ 'ਤੇ। ਕੋਲਿਜ਼ਨ ਕੀ ਹੁੰਦੀਆਂ ਨੇ ਇਹ ਹੁਣੇ ਤੁਹਾਨੂੰ ਦੱਸ ਚੁੱਕੇ ਹਾਂ ਵੀ ਕੋਲਿਜ਼ਨ ਕੀ ਹੈ, ਜਸਟ ਸਟਰਾਈਕ ਕਰਦੀਆਂ, ਉਹਨਾਂ 'ਚ ਦੋ ਫਰਦਰ ਕੀ ਹੋਣਗੇ ਵੈਰੀਅਰ ਦੋਨੋਂ ਫਿਲਫਿਲ ਹੋਣੇ ਚਾਹੀਦੇ ਨੇ। ਹੁਣ ਇਹਨੂੰ ਵੈਰੀਅਰ ਨੂੰ ਸਮਝਾਉਣਾ। ਫਸਟ ਵਨ ਜਿਹੜਾ ਹੈਗਾ એનર્ਜੀ ਵੈਰੀਅਰ, ਥੋੜਾ ਹੋਰ ਪ੍ਰੋਪਰਲੀ ਹੋ ਜਾਏਗਾ। ਫਸਟ ਵਨ ਇਜ਼ ਦਾ એનર્ਜੀ ਵੈਰੀਅਰ। એનર્ਜੀ ਵੈਰੀਅਰ ਦੇ ਵਿੱਚ ਪਤਾ ਕੀ ਹੁੰਦਾ ਹੈ, ਮੰਨ ਲਓ ਮੇਰੇ ਕੋਲੇ ਮੈਂ ਇੱਕ ਆ ਗ੍ਰਾਫ ਦੇ ਨਾਲ ਤੁਹਾਨੂੰ ਕਲੀਅਰ ਕਰਦਾ। ਆ ਸੀਗੇ ਰਿਐਕਟੈਂਟ, ਇੱਧਰ ਮੈਂ ਰਿਪਰੈਜ਼ੈਂਟ ਕਰਤੀ ਲੈਟ એનર્ਜੀ ਹੋ ਗਈ। ਇਹ ਰਿਐਕਸ਼ਨ ਜਿਹੜੀ ਹੈਗੀ ਆ ਪ੍ਰੋਸੀਡ ਕਰ ਰਹੀ ਹੈ, ਇੱਧਰ ਨੂੰ ਰਿਐਕਸ਼ਨ ਵੀ ਅੱਗੇ ਜਾ ਰਹੀ ਹੈ, ਪ੍ਰੋਡਕਟ ਦੇ ਰਹੀ ਹੈ। ਆ ਰਿਐਕਟੈਂਟ ਹੋ ਗਏ, ਰਿਐਕਟੈਂਟ ਤੋਂ ਲੈਟ ਆ ਕੀ ਬਣ ਗਏ, ਪ੍ਰੋਡਕਟ ਬਣ ਗਏ। ਆ ਕੀ ਹੋ ਗਏ ਜੀ, ਪ੍ਰੋਡਕਟ ਹੋ ਗਏ। ਹੁਣ ਇੱਧਰ ਮੈਂ ਆ એનર્ਜੀ ਲਈ ਹੋਈ ਹੈ ਜੀ, ਆਹ એનર્ਜੀ ਆਫ ਰਿਐਕਟੈਂਟ ਲਿਖ ਲਾਂ ER, ਆ એનર્ਜੀ ਆਫ ਪ੍ਰੋਡਕਟ ਲਿਖ ਲਾਂ EP, ਠੀਕ ਹੈ। એનર્ਜੀ ਆਫ ਰਿਐਕਟੈਂਟ ਕਿੰਨੀ ਹੈ, ਇੰਨੀ ਕੁ ਹੈ। એનર્ਜੀ ਆਫ ਪ੍ਰੋਡਕਟ ਕਿੰਨੀ ਹੈਗੀ ਹੈ, ਇੰਨੀ ਹੈ। ਹੁਣ ਜਿਹੜਾ ਆਹ ਵਾਲਾ ਵੈਰੀਅਰ ਹੈ, ਲੈਟ ਆ ਸਪੋਜ਼ ਮੈਂ ਇੱਕ ਐਗਜ਼ਾਮਪਲ ਜਿਸ ਦੱਸ ਰਿਹਾ ਵੀ ਆਹ ਵੈਰੀਅਰ ਰਿਐਕਟੈਂਟ ਤੋਂ ਪ੍ਰੋਡਕਟ ਤਾਂ ਹੀ ਬਣਨਗੇ ਜੇ ਉਹਨਾਂ ਕੋਲੇ ਇੰਨਾ ਕੁ એનર્ਜੀ ਹੋਏਗੀ, ਇੰਨਾ ਕੁ ਵੈਰੀਅਰ ਜਿਹੜਾ ਇਹਨਾਂ 'ਚ ਅਮਾਊਂਟ ਆਫ એનર્ਜੀ ਹੋਏਗੀ ਸੋ ਦੈਟ ਟੂ ਓਵਰਕਮ ਦਿਸ ਵੈਰੀਅਰ। એનર્ਜੀ ਵੈਰੀਅਰ ਕਹਿੰਦੇ ਹਨ, ਉਹਨੂੰ ਓਵਰਕਮ ਕਰਨਗੇ ਤਾਂ ਈਜ਼ੀਲੀ ਜਿਹੜੇ ਹੈਗੇ ਨੇ ਪ੍ਰੋਡਕਟ ਦੇ ਦੇਣਗੇ। ਤਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਐਡ ਕਰਦਾ એનર્ਜੀ ਆਫ ਰਿਐਕਟੈਂਟ ਆ, ਆਹ ਵਾਲੀ ਜਿਹੜੀ ਹੈਗੀ ਹੈ ਇਹ ਆਪਾਂ ਨੂੰ ਬਾਹਰੋਂ ਹੋ ਸਕਦਾ ਹੀਟ ਥਰੂ ਸਪਲਾਈ ਕਰਨੀ ਪਵੇ। ਇਹਨੂੰ ਆਪਾਂ ਕਹਿ ਦਿੰਦੇ ਹਾਂ ETH, ਜਿਹਨੂੰ ਥ੍ਰੈਸ਼ੋਲਡ એનર્ਜੀ ਕਹਿੰਦੇ। એનર્ਜੀ ਆਫ ਥ੍ਰੈਸ਼ੋਲਡ, ਐਕਚੁਅਲੀ ਥ੍ਰੈਸ਼ੋਲਡ ਇਹ ਸੌਰੀ EA ਹੈ, ਇਹ EA ਐਕਟੀਵੇਸ਼ਨ એનર્ਜੀ, ਇਹਨੂੰ ਕੀ ਕਹਿੰਦੇ ਆਪਾਂ, એનર્ਜੀ ਆਫ ਐਕਟੀਵੇਸ਼ਨ, ਜਿਹੜੀ ਆਪਾਂ ਬਾਹਰੋਂ ਸਪਲਾਈ ਕਰਦੇ ਆ। ਤੇ ਟੋਟਲ ਜਿਹੜੀ ਬਣ ਜਾਂਦੀ ਹੈ, ਟੋਟਲ એનર્ਜੀ ਜਿਹੜੀ ਬਣ ਜਾਂਦੀ ਹੈ ETH ਥ੍ਰੈਸ਼ੋਲਡ એનર્ਜੀ ਬਣ ਜਾਂਦੀ ਹੈ। ਤਾਂ ਇਨਡਾਇਰੈਕਟਲੀ ਮੈਂ ਕੀ ਕਹਿ ਸਕਦਾ, ਥ੍ਰੈਸ਼ੋਲਡ એનર્ਜੀ ਕੀ ਹੈ, એનર્ਜੀ ਆਫ ਰਿਐਕਟੈਂਟ, એનર્ਜੀ ਆਫ ਐਕਟੀਵੇਸ਼ਨ, ਦੋਨਾਂ ਦਾ ਕੰਬੀਨੇਸ਼ਨ ਜਿਹੜਾ ਹੈਗਾ ਕੰਬਾਈਨ ਹੋ ਕੇ એનર્ਜੀ ਰਿਐਕਟੈਂਟ ਦੇ ਵਿੱਚ ਐਕਟੀਵੇਸ਼ਨ ਐਡ ਕਰਕੇ ਵੈਰੀਅਰ ਨੂੰ ਜਿਹੜਾ ਹੈਗਾ ਈਜ਼ੀਲੀ ਕ੍ਰਾਸ ਕਰ ਦਿੰਦੇ ਨੇ। ਹੁਣ ਇਹਨਾਂ ਦੀ ਥੋੜੀ ਡੈਫੀਨੇਸ਼ਨ ਲਿਖ ਸਕਦੇ ਹੋ, ਐਕਟੀਵੇਸ਼ਨ એનર્ਜੀ ਦੀ ਡੈਫੀਨੇਸ਼ਨ ਲਿਖ ਲਓ। એનર્ਜੀ ਆਫ ਐਕਟੀਵੇਸ਼ਨ ਕੀ ਹੈ, ਅਮਾਊਂਟ ਆਫ એનર્ਜੀ ਸਪਲਾਈ ਟੂ ਦਾ ਰਿਐਕਟੈਂਟ ਟੂ ਓਵਰਕਮ ਦਾ એનર્ਜੀ ਵੈਰੀਅਰ। ਥ੍ਰੈਸ਼ੋਲਡ એનર્ਜੀ ਦੀ ਤੁਸੀਂ ਕੀ ਡੈਫੀਨੇਸ਼ਨ ਲਿਖੋਗੇ, ਥ੍ਰੈਸ਼ੋਲਡ એનર્ਜੀ ਕੀ ਹੈ, ਟੋਟਲ ਅਮਾਊਂਟ ਆਫ એનર્ਜੀ ਆਫ ਰਿਐਕਟੈਂਟ, ਟੋਟਲ ਅਮਾਊਂਟ ਆਫ એનર્ਜੀ ਆਫ ਰਿਐਕਟੈਂਟ ਟੂ ਓਵਰਕਮ ਦਾ એનર્ਜੀ ਵੈਰੀਅਰ। ਬ੍ਰੈਕਟ 'ਚ ਲਿਖ ਸਕਦੇ ਹੋ ਥ੍ਰੈਸ਼ੋਲਡ એનર્ਜੀ ਕੀ ਹੈ, એનર્ਜੀ ਆਫ ਰਿਐਕਟੈਂਟ ਪਲੱਸ એનર્ਜੀ ਆਫ ਐਕਟੀਵੇਸ਼ਨ। ਠੀਕ ਹੈ ਜੀ, ਕਲੀਅਰ ਹੈ। ਹਾਂਜੀ, ਤਾਂ એનર્ਜੀ ਵੈਰੀਅਰ ਨੂੰ ਕ੍ਰਾਸ ਕਰਕੇ ਉਹ ਪ੍ਰੋਡਕਟ ਦੇ ਦੇਣਗੇ। ਇੱਕ ਤਾਂ ਇਹ ਵਾਲਾ ਵੈਰੀਅਰ ਸੀ। ਦੂਸਰਾ ਵੈਰੀਅਰ ਜਿਹੜਾ ਹੁੰਦਾ ਇਹਦੇ ਵਿੱਚ ਓਰੀਐਂਟੇਸ਼ਨ ਦਾ ਵੈਰੀਅਰ ਹੁੰਦਾ। ਸੈਕੰਡ ਵਨ ਵੈਰੀਅਰ ਇਜ਼ ਦਾ ਓਰੀਐਂਟੇਸ਼ਨ ਵੈਰੀਅਰ। ਓਰੀਐਂਟੇਸ਼ਨ ਵੈਰੀਅਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਸਿਰਫ ਇੰਨਾ ਕੀ ਲਿਖ ਸਕਦੇ ਹੋਗੇ, ਕੁਝ ਜ਼ਿਆਦਾ ਉਹ ਨਹੀਂ, ਕਿ ਜਿਹੜੇ ਰਿਐਕਟੈਂਟ ਆਪਸ ਦੇ ਵਿੱਚ ਕੋਲਾਈਡ ਕਰ ਰਹੇ ਨੇ, ਜਿਹੜੇ ਰਿਐਕਟੈਂਟ ਆਪਸ 'ਚ ਕੋਲਾਈਡ ਕਰ ਰਹੇ ਨੇ ਜਾਂ ਇਹ ਕਹਿ ਸਕਦੇ ਹੋ ਪ੍ਰੋਡਕਟ ਬਣਾਉਣ ਦੇ ਲਈ ਜਿਹੜੇ ਰਿਐਕਟ ਹੋ ਰਹੇ ਨੇ ਉਹਨਾਂ ਦੀ ਓਰੀਐਂਟੇਸ਼ਨ ਮਸਟ ਬੀ ਪ੍ਰੋਪਰ। ਅਗਰ ਓਰੀਐਂਟੇਸ਼ਨ ਪ੍ਰੋਪਰ ਹੋਊਗੀ, ਮਤਲਬ ਓਰੀਐਂਟੇਸ਼ਨ ਪ੍ਰੋਪਰ ਦਾ ਮੀਨਿੰਗ ਇਹ ਹੈ, ਦੇਖੋ ਰਿਐਕਸ਼ਨ ਦੇ ਵਿੱਚ ਓਲਡ ਬੌਂਡ ਦੀ ਬ੍ਰੇਕੇਜ ਹੁੰਦੀ ਹੈ, ਨਿਊ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ।
ਤੇ ਆਪਸ 'ਚ ਜਦੋਂ ਉਹ ਕੰਬਾਈਨ ਇਸ ਢੰਗ ਨਾਲ ਕਰਨ ਕਿ ਉਹਨਾਂ ਦੀ ਓਰੀਐਂਟੇਸ਼ਨ ਜਿਹੜਾ ਫੇਸ ਜਾਂ ਉਹਨਾਂ ਦੀ ਸਟ੍ਰਾਈਕ ਹੋਣ ਦੀ ਜਿਹੜਾ ਬੌਂਡ ਵੀਕ ਹੈ, ਅਗਰ ਉੱਥੋਂ ਸਟ੍ਰਾਈਕ ਹੋਣਗੇ ਤਾਂ ਬੌਂਡ ਜਲਦੀ ਸਪਲਿਟ ਹੋ ਜਾਏਗਾ, ਉਨਾ ਹੀ ਜਲਦੀ ਉੱਥੇ ਨਿਊ ਬੌਂਡ ਬਣ ਜਾਏਗਾ। ਕਹਿਣ ਦਾ ਭਾਵ ਓਰੀਐਂਟੇਸ਼ਨ ਦਾ ਇਹ ਹੈਗਾ, ਆਪਾਂ ਨੂੰ ਪਤਾ ਕਿ 올ਡ ਬੌਂਡ ਬ੍ਰੇਕੇਜ ਹੁੰਦੀ ਹੈ, ਨਿਊ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ, ਪ੍ਰੋਡਕਟ ਬਣ ਜਾਂਦੇ ਨੇ। ਪੂਰਾ ਟਾਈਮ ਜਿਹੜਾ ਮੈਕਸਿਮਮ ਟਾਈਮ ਹੈ ਡਿਪੈਂਡ ਕਰਦਾ ਹੁੰਦਾ ਹੈ ਉਹ 올ਡ ਬੌਂਡ ਦੀ ਬ੍ਰੇਕੇਜ 'ਤੇ ਕਰਦਾ। ਜਿੰਨੀ ਜਲਦੀ 올ਡ ਬੌਂਡ ਟੁੱਟਦੇ ਆ ਉਨੀ ਜਲਦੀ ਨਿਊ ਬੌਂਡ ਬਣਦੇ ਆ। ਤਾਂ ਸਟ੍ਰਾਈਕ ਕਰਨ ਦੇ ਲਈ ਉਹਨਾਂ ਦੀ ਓਰੀਐਂਟੇਸ਼ਨ ਮਸਟ ਵੀ ਪ੍ਰੋਪਰ, ਬਸ ਤੁਸੀਂ ਇੰਨਾ ਲਿਖਣਾ ਹੈ। ਇਹਦੇ 'ਚ ਬ੍ਰੈਕਟ ਤੁਸੀਂ ਇਹ ਲਿਖ ਸਕਦੇ ਹੋ ਕਿ ਉਹਨਾਂ ਦੀ ਜਿਹੜਾ ਵੀਕ ਬੌਂਡ ਵਾਲੀ ਸਾਈਡ ਅਗਰ ਉੱਥੋਂ ਸਟ੍ਰਾਈਕ ਕਰਨਗੇ ਤਾਂ ਜਲਦੀ ਪ੍ਰੋਡਕਟ ਬਣੇਗਾ। ਠੀਕ ਹੈ ਜੀ, ਇਹ ਦੋ ਮੇਨ ਆ ਗਏ। ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਇਹਦੇ ਵਿੱਚ ਆਉਂਦਾ ਹੈਗਾ ਨੈਕਸਟ, ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਡਿਪੈਂਡੈਂਸ ਜਿਹੜਾ ਟੈਂਪਰੇਚਰ 'ਤੇ ਕਿੱਦਾਂ ਹੁੰਦਾ। ਨੈਕਸਟ ਟੌਪਿਕ ਤੁਸੀਂ ਇਹਦੇ 'ਚ ਲਿਖ ਸਕਦੇ ਹੋ, ਬੜਾ ਇੰਪੋਰਟੈਂਟ ਟੌਪਿਕ ਹੈ। ਲਿਖੋ ਡਿਪੈਂਡੈਂਸ ਆਫ ਰਿਐਕਸ਼ਨ ਰੇਟ ਔਨ ਟੈਂਪਰੇਚਰ, ਜਾਂ ਬ੍ਰੈਕਟ ਦੇ ਵਿੱਚ ਤੁਸੀਂ ਇਹ ਲਿਖ ਲਓ ਟੈਂਪਰੇਚਰ ਡਿਪੈਂਡੈਂਟ। ਹਾਂਜੀ, ਇਹਦੇ ਵਿੱਚ ਹੁਣ ਮੈਂ ਸਟਾਰਟਿੰਗ ਤੁਹਾਨੂੰ ਇੱਕ ਦੱਸੀ ਸੀ ਗੱਲ ਕਿ ਵਿਦ ਰਾਈਜ਼ ਇਨ ਟੈਂਪਰੇਚਰ ਜਿਹੜਾ ਹੈਗਾ ਰੇਟ ਆਫ ਰਿਐਕਸ਼ਨ ਇਨਕਰੀਜ਼ ਕਰਦੀ ਆ, ਜਾਂ ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। ਇਹ ਆਪਾਂ ਸਟੱਡੀ ਕੀਤਾ ਹੋਇਆ ਹੈ। ਹੁਣ ਸਾਇੰਟਿਸਟ ਨੇ ਕੀ ਆਬਜ਼ਰਵ ਕੀਤਾ ਕਿ 10 ਡਿਗਰੀ ਰਾਈਜ਼ ਇਨ ਟੈਂਪਰੇਚਰ, ਮੰਨ ਲਓ ਪਹਿਲਾਂ ਕੀ ਹੈ 30 ਡਿਗਰੀ ਸੈਲਸੀਅਸ ਹੈ ਨਾ, 30 ਡਿਗਰੀ ਸੈਲਸੀਅਸ ਦੇ ਉੱਪਰ ਜਿਹੜਾ ਹੈਗਾ ਆਪਾਂ ਸਟੱਡੀ ਕਰ ਰਹੇ ਹਾਂ ਕਿਸੇ ਵੀ ਰਿਐਕਸ਼ਨ ਨੂੰ। ਸਾਇੰਟਿਸਟ ਨੇ ਆਬਜ਼ਰਵ ਕੀਤਾ 30 ਡਿਗਰੀ ਤੇ ਲੈਟ ਦਾ ਰੇਟ ਕੀ ਹੈ 2 ਹੈ। ਸਿੰਪਲ ਇੱਕ ਐਗਜ਼ਾਮਪਲ ਲੈ ਰਹੇ ਹਾਈਪੋਥੈਟੀਕਲ। ਉਹ ਕਹਿੰਦੇ ਜਦੋਂ 10 ਡਿਗਰੀ ਰਾਈਜ਼ ਇਨ ਟੈਂਪਰੇਚਰ ਹੁੰਦਾ ਹੈ, ਹਰ ਇੱਕ 10 ਡਿਗਰੀ ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਜਿਹੜਾ ਰਿਐਕਸ਼ਨ ਰੇਟ ਹੈ ਐਗਜ਼ੈਕਟ ਡਬਲ ਹੋ ਜਾਂਦਾ। ਕੀ ਹੁੰਦਾ T + 10 ਡਿਗਰੀ ਜਿਹੜਾ ਆਪਾਂ ਐਡ ਕਰਾਂਗੇ, ਕਹਿੰਦੇ ਰਿਐਕਸ਼ਨ ਰੇਟ ਸਿੱਧਾ ਦੁੱਗਣਾ ਹੋ ਜਾਂਦਾ। ਇਹ ਕਿਉਂ ਹੁੰਦਾ, ਕਿਵੇਂ ਹੁੰਦਾ, ਇਹਦੇ ਲਈ ਆਪਾਂ ਅੱਜ ਹੁਣ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨੇਸ਼ਨ ਦਿੰਦਾ ਮੈਂ। ਟੌਪਿਕ ਇਹ ਕਾਫੀ ਇੰਪੋਰਟੈਂਟ ਹੈ। ਰੇਟ ਆਫ ਰਿਐਕਸ਼ਨ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ ਐਂਡ ਇਟ ਇਜ਼ ਆਬਜ਼ਰਵ ਦੈਟ, ਇਹ ਥਿਊਰੀ ਲਿਖਣੀ ਹੈ। with each 10 degree rise in temperature rate of reaction become double. main factor for this explanation ਕੀ ਨੇਗੇ? ਫਸਟ ਵਨ ਜਿਹੜਾ ਹੈਗਾ ਇਹਦੇ 'ਚ ਸਾਇੰਟਿਸਟ ਨੇ ਕਿਹਾ, ਫਸਟ ਐਕਸਪਲੇਨੇਸ਼ਨ ਆਪਾਂ ਕਰਦੇ ਹਾਂ ਇਨਕਰੀਜ਼ ਇਨ ਕੋਲੀਜ਼ਨ ਫ੍ਰੀਕੁਐਂਸੀ। ਫਸਟ ਵਨ ਇਜ਼ ਦਾ ਇਨਕਰੀਜ਼ ਇਨ ਕੋਲੀਜ਼ਨ ਫ੍ਰੀਕੁਐਂਸੀ। ਸੈਕੰਡ ਵਨ ਤੁਸੀਂ ਲਿਖੋਗੇ ਇਨਕਰੀਜ਼ ਇਨ ਇਫੈਕਟਿਵ ਕੋਲੀਜ਼ਨ, ਇਨਕਰੀਜ਼ ਇਨ ਇਫੈਕਟਿਵ ਕੋਲੀਜ਼ਨ। ਦੋ ਹੋ ਗਈਆਂ। ਹੁਣ ਇਹਨਾਂ ਦੀ ਜਸਟੀਫਿਕੇਸ਼ਨ ਕਰਦਾ। ਇਨਕਰੀਜ਼ ਇਨ ਕੋਲੀਜ਼ਨ ਫ੍ਰੀਕੁਐਂਸੀ ਦੇ ਵਿੱਚ ਕੀ ਚੀਜ਼ ਹੈ? ਦੇਖੋ ਕੋਲੀਜ਼ਨ ਫ੍ਰੀਕੁਐਂਸੀ ਪਿੱਛੇ ਹੁਣ ਦੱਸ ਕੇ ਹਟਿਆ ਤੁਹਾਨੂੰ, ਪਰ ਯੂਨਿਟ ਟਾਈਮ ਦੇ ਵਿੱਚ, ਪਰ ਯੂਨਿਟ ਵੋਲੀਅਮ ਦੇ ਵਿੱਚ ਜਿੰਨੀਆਂ ਕੋਲੀਜ਼ਨ ਜ਼ਿਆਦਾ ਹੋਈਆਂ, ਨੰਬਰ ਆਫ ਕੋਲੀਜ਼ਨ ਹੋਈਆਂ, ਦੋਜ਼ ਆਰ ਨੋਨ ਐਜ਼ ਕੋਲੀਜ਼ਨ ਫ੍ਰੀਕੁਐਂਸੀ, ਹੈ ਨਾ। ਤਾਂ ਇਨਕਰੀਜ਼ ਇਨ ਕੋਲੀਜ਼ਨ ਫ੍ਰੀਕੁਐਂਸੀ ਦੇ ਵਿੱਚ ਜਸਟੀਫਿਕੇਸ਼ਨ ਜਿਹੜੀ 10 ਡਿਗਰੀ ਰਾਈਜ਼ ਦੇ ਨਾਲ ਡਬਲ ਹੋਣ ਦੀ ਕੋਈ ਜ਼ਿਆਦਾ ਵਧੀਆ ਨਹੀਂ ਸੀ। ਦੇਖੋ ਇੱਕ ਸਿੰਪਲ ਜੀ ਗੱਲ ਮੈਂ ਤੁਹਾਨੂੰ ਸਮਝਾਉਣਾ। ਰਿਐਕਟੈਂਟ ਨੇ ਪ੍ਰੋਡਕਟ ਦੇਣੀ ਹੈ ਜਦੋਂ ਇਹਨੂੰ ਕ੍ਰਾਸ ਕਰੂਗਾ, ਠੀਕ ਹੈ। ਹੁਣ ਪਹਿਲੀ ਜਸਟੀਫਿਕੇਸ਼ਨ ਜਿਹੜੀ ਇਨਕਰੀਜ਼ ਇਨ ਕੋਲੀਜ਼ਨ ਫ੍ਰੀਕੁਐਂਸੀ, ਹੁਣ ਕੋਲੀਜ਼ਨਸ ਪਹਿਲਾਂ ਲੈਟ 5 ਹੋ ਰਹੀਆਂ ਸੀ, 6 ਹੋ ਰਹੀਆਂ ਸੀ, ਬਾਅਦ 'ਚ ਕੋਲੀਜ਼ਨ ਫ੍ਰੀਕੁਐਂਸੀ ਇਨਕਰੀਜ਼ ਹੋ ਗਈ, ਲੈਟ ਕੋਲੀਜ਼ਨ 10 ਹੋ ਗਈਆਂ, 15 ਹੋ ਗਈਆਂ, 18 ਹੋ ਗਈਆਂ, ਠੀਕ ਹੈ। ਇਨਕਰੀਜ਼ ਹੋ ਗਿਆ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ। ਪਰ ਇਹ ਤਾਂ ਕੋਈ ਜ਼ਰੂਰੀ ਨਹੀਂ ਕਿ ਕੋਲੀਜ਼ਨ ਫ੍ਰੀਕੁਐਂਸੀ ਅਗਰ ਇਨਕਰੀਜ਼ ਹੋ ਗਈ ਤਾਂ ਪ੍ਰੋਡਕਟ ਵੀ ਇਨਕਰੀਜ਼ ਹੋ ਜਾਣਗੇ, ਕਿਉਂਕਿ ਪ੍ਰੋਡਕਟ ਬਣਨ ਦੇ ਲਈ ਆਹ ਵੈਰੀਅਰ ਕ੍ਰਾਸ ਹੋਣਾ ਜ਼ਰੂਰੀ ਹੈ। ਬਟ ਕੋਲੀਜ਼ਨ ਫ੍ਰੀਕੁਐਂਸੀ ਇਨਕਰੀਜ਼ ਹੋਣ ਨਾਲ ਜ਼ਰੂਰੀ ਨਹੀਂ ਕਿ ਵੈਰੀਅਰ ਵੀ ਕ੍ਰਾਸ ਈਜ਼ੀਲੀ ਕਰ ਜਾਣਗੇ। ਕੋਲੀਜ਼ਨ ਫ੍ਰੀਕੁਐਂਸੀ ਕੀ ਹੈ? ਜਸਟ ਇੱਥੇ ਕੋਲੀਜ਼ਨ ਨੇ। ਹੁਣ ਸਿੰਪਲ ਜੀ ਗੱਲ ਆ, ਆਪਾਂ ਪੋਲੀਟੀਸ਼ੀਅਨ ਦੇ ਖਿਲਾਫ ਬੋਲਦੇ ਹਾਂ, ਹੈ ਨਾ, ਬੋਲਦੇ ਆ, ਆਹੀ ਸਿੰਪਲ, ਇਸ ਤੋਂ ਜਿਹੜੀ ਸਿੰਪਲ ਐਗਜ਼ਾਮਪਲ ਨਹੀਂ ਹੋ ਸਕਦੀ। ਆ ਲੈਟ ਪੋਲੀਟੀਸ਼ੀਅਨ ਨੂੰ ਆਪਾਂ ਫੇਸ ਕਰਨਾ, ਆਪਾਂ ਸਾਰੇ ਕੀ ਕਰਦੇ ਹਾਂ, ਇੱਥੇ ਬੋਲੀ ਜਾਂਦੇ ਹਾਂ। 2 ਬੰਦੇ ਇਕੱਠੇ ਹੋ ਕੇ ਬੋਲੀ, 10 ਹੋ ਗਏ, 20 ਹੋ ਗਏ, 30 40 ਹੋ ਗਏ, ਕੀ ਇਹਨਾਂ ਨੂੰ ਕੋਈ ਫਰਕ ਪਿਆ? ਨਹੀਂ ਫਰਕ ਪਿਆ। ਉਹੀ ਗੱਲ ਹੈ ਨਾ, ਜਿੰਨਾ ਚਿਰ ਇਹਨਾਂ ਕੋਲੇ એનર્ਜੀ ਨਹੀਂ ਆਉਂਦੀ, ਇਹਨਾਂ ਕੋਲ ਇੰਨਾ ਪੈਸਾ ਨਹੀਂ ਆਉਂਦਾ, ਇੰਨੀ ਤਾਕਤ ਨਹੀਂ ਆਉਂਦੀ, ਇਕੱਠ ਨਹੀਂ ਹੁੰਦਾ ਤਾਂ ਜੋ ਇਹਨਾਂ ਦੇ ਐਂਟੀ ਖੜ ਸਕਣ, ਤਾਂ ਹੀ ਇਹਨਾਂ ਨੂੰ ਕੁਝ ਪਤਾ ਲੱਗੂਗਾ ਨਾ, ਤਾਂ ਹੀ ਫਾਇਦਾ ਹੋਊ ਨਾ ਅੱਗੇ ਆਪਣਾ। ਉਹੀ ਚੀਜ਼ ਇੱਥੇ ਹੈ ਕਿ ਕੋਲੀਜ਼ਨ ਫ੍ਰੀਕੁਐਂਸੀ ਇਨਕਰੀਜ਼ ਹੋਣ ਦੇ ਨਾਲ ਜ਼ਰੂਰੀ ਨਹੀਂ ਕਿ ਰੇਟ ਆਫ ਰਿਐਕਸ਼ਨ ਡਬਲ ਹੋਊਗਾ, ਨਾਟ ਏ ਪ੍ਰੋਪਰ ਜਸਟੀਫਿਕੇਸ਼ਨ। ਇਹਦੇ ਵਿੱਚ ਤੁਸੀਂ ਇਹ ਲਿਖ ਸਕਦੇ ਹੋ। ਤਾਂ ਕੋਲੀਜ਼ਨ ਫ੍ਰੀਕੁਐਂਸੀ ਵਾਲੇ 'ਚ ਤੁਹਾਨੂੰ ਥੋੜ੍ਹਾ ਜਿਹਾ ਮੈਂ ਬੋਲ ਦਿੰਦਾ ਕਿ ਕੀ ਲਿਖਣਾ ਇਹਦੇ 'ਚ। with rise in temperature collision frequency increases, but it's not necessary that with increase in collision rate of reaction also increases, ja bracket ਚ ਲਿਖ ਸਕਦੇ ਹੋ double, because it is not necessary, so they will overcome the energy barrier with rise in temperature. ਬਸ ਇੰਨੀ ਕਿ ਇਹਦੇ 'ਚ ਜਿਹੜੀ ਤੁਸੀਂ ਹੈਗੀ ਹੈ ਜਸਟੀਫਿਕੇਸ਼ਨ ਲਿਖ ਸਕਦੇ ਹੋ, ਹੈ ਨਾ।
ਉਸ ਤੋਂ ਬਾਅਦ ਸੈਕੰਡ ਜਿਹੜਾ ਜ਼ਿਆਦਾ ਜਸਟੀਫਾਈ ਕਰਦਾ, ਜ਼ਿਆਦਾ ਜਿਹੜਾ ਮੇਜਰ ਪੁਆਇੰਟ ਹੈ 10 ਡਿਗਰੀ ਰਾਈਜ਼ ਦੇ ਨਾਲ, ਕਹਿੰਦੇ ਇਫੈਕਟਿਵ ਕੋਲੀਜ਼ਨ। ਸੈਕੰਡ ਵਨ ਇਜ਼ ਦਾ ਇਫੈਕਟਿਵ ਕੋਲੀਜ਼ਨ। ਹੁਣ ਉਹਨਾਂ ਨੇ ਗੱਲ ਕੀਤੀ ਹੈ ਪ੍ਰੋਪਰ ਇਸ ਇਫੈਕਟਿਵ ਕੋਲੀਜ਼ਨ ਦਾ ਜਿਹੜਾ ਫੈਕਟਰ ਹੈ, ਇਹਨੇ ਜਸਟੀਫਿਕੇਸ਼ਨ ਬਹੁਤ ਵਧੀਆ ਕੀਤੀ ਹੈ। ਪਹਿਲਾਂ ਡੈਫੀਨੇਸ਼ਨ ਲਿਖੋ। ਇਫੈਕਟਿਵ ਕੋਲੀਜ਼ਨਸ ਆਰ ਦੋਜ਼ ਕੋਲੀਜ਼ਨਸ, effective collisions are those collisions which must have sufficient amount of energy to give product। ਜਿਨ੍ਹਾਂ ਕੋਲੇ sufficient amount of energy ਹੈ ਪ੍ਰੋਡਕਟ ਦੇਣ ਦੇ ਲਈ, ਉਹਨਾਂ ਨੂੰ ਆਪਾਂ ਇਫੈਕਟਿਵ ਕੋਲੀਜ਼ਨ ਕਹਾਂਗੇ। ਤਾਂ ਮਤਲਬ ਉਹਨਾਂ ਕੋਲੇ ਜਿਹੜਾ ਆ ਬੈਰੀਅਰ ਕ੍ਰਾਸ ਕਰਨ ਦੇ ਲਈ ਜਿਹੜੀ એનર્ਜੀ ਹੈਗੀ ਹੈ। ਕੋਲੀਜ਼ਨ ਜਿੰਨੀਆਂ ਹੋਈਆਂ ਉਹ ਚੋਂ ਜਿਹੜੀਆਂ ਕੋਲੇ ਪਾਵਰ ਹੈ ਇਹਨੂੰ ਕ੍ਰਾਸ ਕਰਨ ਦੀ, ਉਹਨੂੰ ਆਪਾਂ ਇਫੈਕਟਿਵ ਕੋਲੀਜ਼ਨ ਕਹਾਂਗੇ। ਤਾਂ ਸਾਇੰਟਿਸਟ ਨੇ ਕੀ ਕਿਹਾ ਕਿ ਵਿਦ ਰਾਈਜ਼ ਇਨ ਟੈਂਪਰੇਚਰ ਇਫੈਕਟਿਵ ਕੋਲੀਜ਼ਨ ਲਗਭਗ ਡਬਲ ਹੋ ਜਾਂਦੀਆਂ ਨੇ। ਦੈਟਸ ਵਾਈ ਪ੍ਰੋਡਕਟ ਵੀ ਡਬਲ ਹੋ ਜਾਂਦਾ ਹੈ, ਰੇਟ ਆਫ ਰਿਐਕਸ਼ਨ ਵੀ ਡਬਲ ਹੋ ਜਾਂਦੀ ਹੈ। ਇਹ ਪ੍ਰੋਪਰ ਜਸਟੀਫਿਕੇਸ਼ਨ ਹੈ ਇਸ ਦੀ। ਤਾਂ ਇਹਦਾ ਗ੍ਰਾਫਿਕਲੀ ਜੇ ਆਪਾਂ ਗੱਲ ਕਰਦੇ ਹਾਂ, ਇਹਦਾ ਇੱਕ ਗ੍ਰਾਫ ਵੀ ਬਣਾ ਦਿੰਦਾ ਮੈਂ। ਲੈਟ ਮੇਰੇ ਕੋਲੇ ਕੀ ਹੈਗਾ ਸਿੰਪਲ ਜਿਹਾ, ਇੱਕ ਆ ਹੋ ਗਿਆ, ਦੂਸਰਾ ਲੈਟ ਆ ਹੋ ਗਿਆ ਜੀ। ਇਹ ਮੈਂ ਟੀ ਟੈਂਪਰੇਚਰ ਦੇ ਉੱਤੇ ਬਣਾਇਆ, ਇਹ T+10 ਡਿਗਰੀ ਸੈਲਸੀਅਸ ਦੇ ਉੱਪਰ ਬਣਾਤਾ, ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਇੰਨੇ ਕੁ ਫਰੈਕਸ਼ਨ ਸੀਗਾ ਇਫੈਕਟਿਵ ਕੋਲੀਜ਼ਨ ਦਾ 10 ਡਿਗਰੀ ਰਾਈਜ਼ ਹੋਣ ਦੇ ਨਾਲ ਇਹ ਕੀ ਹੋ ਗਿਆ, ਇਹ ਡਬਲ ਹੋ ਗਿਆ ਜੀ। ਇੱਧਰ ਆਪਾਂ એનર્ਜੀ ਲੈ ਲਓ ਜਿਹੜੇ ਕਵਰ ਕਰ ਰਹੇ ਨੇ, ਇਹਨੂੰ ਇਧਰਲੇ ਪਾਸੇ ਲਿਖ ਸਕਦੇ ਹੋ ਮੋਲੀਕਿਊਲਸ ਦਾ ਫਰੈਕਸ਼ਨ ਲਿਖ ਸਕਦੇ ਹੋ, ਫਰੈਕਸ਼ਨ ਆਫ ਮੋਲੀਕਿਊਲਸ, ਕਿ 10 ਡਿਗਰੀ ਰਾਈਜ਼ ਹੋਣ ਦੇ ਨਾਲ ਜਿਹੜਾ ਇੰਨਾ ਫਰੈਕਸ਼ਨ ਸੀ એનર્ਜੀ ਵਾਲਿਆਂ ਦਾ, ਇਫੈਕਟਿਵ ਕੋਲੀਜ਼ਨ ਵਾਲਿਆਂ ਦਾ, ਉਹ ਡਬਲ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਟੌਪਿਕ ਆਉਂਦਾ ਟੂ ਮੱਚ ਇੰਪੋਰਟੈਂਟ, 7 ਸਟਾਰ ਬਣਾ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਦੈਟ ਇਜ਼ ਅਰਹੀਨੀਅਸ ਕੰਸੈਪਟ, ਅਰਹੀਨੀਅਸ ਇਕੁਏਸ਼ਨ, ਠੀਕ ਹੈ ਜੀ। ਇਹਦੀ ਹੁਣ ਤੁਸੀਂ ਡੈਫੀਨੇਸ਼ਨ ਲਿਖ ਸਕਦੇ ਹੋ। ਇਟ ਇਜ਼ ਦਾ ਰਿਲੇਸ਼ਨ ਬਿਟਵੀਨ, ਅਰਹੀਨੀਅਸ ਕੰਸੈਪਟ ਲਿਖ ਕੇ, ਇਟ ਇਜ਼ ਦਾ ਰਿਲੇਸ਼ਨ ਬਿਟਵੀਨ ਅਰਹੀਨੀਅਸ ਕਾਂਸਟੈਂਟ that is A, ठीक है जी, and activation energy EA and rate constant that is K, rate constant की हैगा K। Arrhenius concept is, it is the relation between Arrhenius constant, rate constant, activation energy with temperature, with ਕੀ ਹੈਗਾ temperature ਦੇ ਨਾਲ ਜਿਹੜਾ ਰਿਲੇਸ਼ਨ ਹੈ। ਤਾਂ ਅਰਹੀਨੀਅਸ ਕੰਸੈਪਟ ਨੇ ਆਪਾਂ ਨੂੰ ਕੀ ਦਿੱਤਾ, ਇੱਕ ਇਕੁਏਸ਼ਨ ਦਿੱਤੀ, ਉਹ ਕਹਿੰਦਾ ਕੀ ਹੈਗਾ K ਇਜ਼ ਇਕੁਅਲ ਟੂ AE raised to power minus EA upon RT। ਇਹ ਮੇਨ ਇਕੁਏਸ਼ਨ ਦਿੱਤੀ, ਜਿਸ ਬੇਸ ਤੇ ਆਪਣੇ ਕੋਲੇ ਕਾਫੀ ਨਿਊਮੈਰੀਕਲ ਆਉਣਗੇ ਅਰਹੀਨੀਅਸ ਦੇ ਬੇਸ ਤੇ। ਕੀ ਹੈ K ਇਜ਼ ਇਕੁਅਲ ਟੂ AE raised to power minus EA upon RT, ਫਿਰ K ਇਜ਼ ਦਾ ਰੇਟ ਕਾਂਸਟੈਂਟ, ਡਿਟੇਲ ਆਪਾਂ ਪਿੱਛੇ ਕਰ ਚੁੱਕੇ ਹਾਂ। ਇਹ ਅਰਹੀਨੀਅਸ ਕਾਂਸਟੈਂਟ, ਇਹਦਾ ਨੇਮ ਹੈਗਾ, ਇਹਦੀ ਵੈਲਿਊਜ਼ ਤੁਹਾਨੂੰ ਗਿਵਨ ਹੋਏਗੀ। EA ਕੀ ਹੈ, ਐਕਟੀਵੇਸ਼ਨ એનર્ਜੀ, ਹੁਣੇ ਤੁਹਾਨੂੰ ਸਮਝਾ ਚੁੱਕੇ ਹਾਂ। R ਕੀ ਹੈ, ਗੈਸ ਕਾਂਸਟੈਂਟ। T ਕੀ ਹੈ, ਕਿਸ ਟੈਂਪਰੇਚਰ ਤੇ ਸਟੱਡੀ ਹੋ ਸਕਦੀ ਹੈ ਜਾਂ ਹੋ ਰਹੀ ਹੈ ਨਾ। ਤਾਂ ਆਪਣੇ ਕੋਲੇ ਇਹਨੂੰ ਆਪਾਂ ਲੌਗ ਦੀ ਟਰਮ 'ਚ ਲੈ ਕੇ ਜਾਂਦੇ ਹਾਂ। ਇਹਦੀ ਇਕੁਏਸ਼ਨ ਮੇਨ ਕੀ ਬਣ ਜਾਂਦੀ ਹੈ, log K ਜਿਹੜਾ ਰੇਟ ਕਾਂਸਟੈਂਟ ਇਜ਼ ਇਕੁਅਲ ਟੂ log ਜਿਹੜਾ ਹੈਗਾ A ਮਾਈਨਸ EA ਅਪੋਨ 2.303 R ਇੰਟੂ T। ਤਾਂ ਇਹ ਆਪਣਾ ਨਿਊਮੈਰੀਕਲ ਪਰਪਸ ਦੇ ਲਈ ਇਕੁਏਸ਼ਨ ਬਣ ਗਈ। ਇੱਕ ਚੀਜ਼ ਇਹਦੇ 'ਚ ਅਨਨੋਨ ਹੋਏਗੀ, log K ਇਜ਼ ਇਕੁਅਲ ਟੂ log A ਮਾਈਨਸ EA ਅਪੋਨ 2.303 RT। ਅਤੇ ਦੋ ਡਿਫਰੈਂਟ ਟੈਂਪਰੇਚਰ ਦੇ ਉੱਪਰ ਜਿਹੜੀ ਇਹਦੀ ਇਕੁਏਸ਼ਨ ਬਣਦੀ ਹੈ, ਤਾਂ ਉਹ ਵੀ ਕਾਫੀ ਇੰਪੋਰਟੈਂਟ ਆ। ਉਸ ਬੇਸ 'ਤੇ ਵੀ ਬਹੁਤ ਨਿਊਮੈਰੀਕਲ ਮਿਲਣਗੇ। ਉਹਦੀ ਵੈਲਿਊ ਕੀ ਬਣਦੀ ਹੈ, log K2 ਅਪੋਨ K1, K2 ਅਪੋਨ K1 ਇਜ਼ ਇਕੁਅਲ ਟੂ, ਕਿਉਂਕਿ log A ਦੋਨਾਂ ਦੇ ਵਿੱਚ ਜਿਹੜਾ ਸੇਮ ਰਹੂਗਾ ਤਾਂ ਇਹ ਕੱਟ ਜੂਗਾ, ਕੋਈ ਜ਼ਿਆਦਾ ਇਹਦੀ ਯੂਜ਼ ਨਹੀਂ ਹੋਣਾ। ਤਾਂ log K2 ਅਪੋਨ K1 ਇਜ਼ ਇਕੁਅਲ ਟੂ ਕੀ ਹੋ ਜਾਏਗਾ, EA ਅਪੋਨ 2.303 R ਇੰਟੂ 1 ਅਪੋਨ T1 ਮਾਈਨਸ 1 ਅਪੋਨ T2। ਇਹ ਜਿਹੜਾ ਆਪਣੇ ਕੋਲੇ ਦੋ ਡਿਫਰੈਂਟ ਟੈਂਪਰੇਚਰ ਦੇ ਉੱਪਰ ਜਿਹੜਾ ਹੈਗਾ, ਅਗਰ ਇਕੁਏਸ਼ਨ ਇਹਦੇ ਵਿੱਚ ਅਨਨੋਨ ਕੋਈ ਆਰਡਰ ਆਫ ਰਿਐਕਸ਼ਨ ਫਾਈਂਡ ਕਰਨਾ ਹੈ, ਜਾਂ ਆਰਡਰ ਕਹਿ ਗਿਆ ਮੈਂ, ਰੇਟ ਆਫ ਰਿਐਕਸ਼ਨ ਫਾਈਂਡ ਕਰਨਾ ਹੈ, ਜਾਂ ਰੇਟ ਕਾਂਸਟੈਂਟ ਫਾਈਂਡ ਕਰਨਾ, ਐਕਟੀਵੇਸ਼ਨ એનર્ਜੀ ਫਾਈਂਡ ਕਰਨੀ, ਜਾਂ ਕਿਸ ਟੈਂਪਰੇਚਰ 'ਤੇ, ਅਗਰ ਇਸ ਟੈਂਪਰੇਚਰ 'ਤੇ ਰੇਟ ਇੰਨਾ ਹੈ, ਦੂਸਰੇ 'ਤੇ ਕਿੰਨਾ ਹੋਏਗਾ, ਮਤਲਬ ਇੱਕ ਚੀਜ਼ ਅਨਨੋਨ ਹੈ ਇਹਦੇ 'ਚ ਵੀ ਇੱਕ ਚੀਜ਼ ਅਨਨੋਨ। ਦੋ ਡਿਫਰੈਂਟ ਟੈਂਪਰੇਚਰ ਦੇ ਲਈ ਸਟੱਡੀ ਹੋਊਗੀ, ਨਿਊਮੈਰੀਕਲ ਹੋਣਗੇ, MCQ ਹੋਣਗੇ, ਤਾਂ ਆਹ ਵਾਲੀ ਇਕੁਏਸ਼ਨ ਆਪਾਂ ਜਿਹੜੀ ਹੈਗੀ ਹੈ ਯੂਜ਼ ਕਰਾਂਗੇ ਇਹਦੇ ਵਿੱਚ, ਅਰਹੀਨੀਅਸ ਕੰਸੈਪਟ ਵਾਲੀ। ਹਾਂਜੀ, ਤਾਂ ਉਸ ਤੋਂ ਬਾਅਦ ਕੁਛ ਕੁ ਟੌਪਿਕ ਆਉਂਦਾ, ਜਿਵੇਂ ਦੇ ਕੈਟਲਿਸਟ ਦਾ
ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ। ਵੈਸੇ ਅਗਲੇ ਚੈਪਟਰ 'ਚ ਬਹੁਤ ਡਿਟੇਲ ਆਊਗਾ, ਉੱਥੇ ਤਾਂ ਆਪਾਂ ਸਰਫੇਸ ਕੈਮਿਸਟਰੀ ਦੇ ਵਿੱਚ ਕੈਟਾਲਿਟੀਕਲ ਰਿਐਕਸ਼ਨਸ ਕਰਨੀਆਂ ਨੇ, ਹੋਮੋਜੀਨੀਅਸ ਹੈਟਰੋਜੀਨੀਅਸ ਹੈ ਨਾ, ਅਤੇ ਐਂਜ਼ਾਈਮ ਕੈਟਾਲਿਟੀਕਲ, ਉਹ ਉੱਥੇ ਪੂਰਾ ਡਿਟੇਲ ਦੇ ਵਿੱਚ ਦੱਸਿਆ ਜਾਊਗਾ। ਤਾਂ ਇਹਦੇ ਨਾਲ ਜਿਹੜਾ ਹੈਗਾ ਤੁਹਾਡਾ ਥਿਊਰੀ ਵਾਈਜ਼ ਜਿਹੜਾ ਕੈਮੀਕਲ ਕਨੈਟਿਕਸ ਚੈਪਟਰ ਜਿਹੜਾ ਅੱਜ ਕੰਪਲੀਟ ਹੁੰਦਾ। ਅਤੇ ਹੋਪ ਹੈ ਤੁਹਾਨੂੰ ਸਭ ਨੂੰ ਪ੍ਰੋਪਰ ਜਿਹੜਾ ਹੈਗਾ ਸਮਝ ਆ ਗਿਆ ਹੋਊਗਾ। ਅਤੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਐਨੀ ਟਾਈਮ ਕਾਲ ਕਰਕੇ ਜਿਹੜਾ ਤੁਸੀਂ ਪੁੱਛ ਸਕਦੇ ਹੋ। ਇਹਦੇ 'ਚ ਥੋੜ੍ਹੀ ਚੀਜ਼ ਇੱਕ ਆਪਾਂ ਹੋਰ ਐਡ ਕਰ ਲੈਂਦੇ ਹਾਂ, ਜਿਹੜਾ ਇੱਥੇ ਮੈਂ ਤੁਹਾਨੂੰ ਸਮਝਾਇਆ ਸੀਗਾ। ਵੈਸੇ ਅਗਲੇ ਚੈਪਟਰ 'ਚ ਆਉਣਾ ਹੈ, ਕੈਟਾਲਿਸਟ ਦੇ ਨਾਲ ਹੀ ਲਿੰਕਡ ਹੈਗਾ। ਫਿਰ ਵੀ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ, ਇਸ ਚੈਪਟਰ 'ਚ ਵੀ ਆ ਜਿਹੜੀਆਂ ਰਿਐਕਸ਼ਨ ਇਹ ਦੋ ਟਾਈਪ ਦੀਆਂ ਹੁੰਦੀਆਂ, ਇੱਕ ਐਂਡੋ ਇੱਕ ਐਗਜ਼ੋਥਰਮਿਕ। ਐਂਡੋਥਰਮਿਕ 'ਚ ਪ੍ਰੋਡਕਟ ਦੀ એનર્ਜੀ ਜਿਹੜੀ ਹੈਗੀ ਹੈ ਜ਼ਿਆਦਾ ਹੁੰਦੀ ਹੈ, ਜਿਹੜੀ ਐਗਜ਼ਾਮਪਲ ਸੀ ਪ੍ਰੋਡਕਟ ਦੀ એનર્ਜੀ ਜ਼ਿਆਦਾ ਹੈਗੀ ਹੈ ਨਾ ਇਹਦੇ ਨਾਲੋਂ। ਤਾਂ ਐਗਜ਼ੋ ਦੇ ਵਿੱਚ ਕੀ ਹੋਊਗਾ, ਪ੍ਰੋਡਕਟ ਦੀ એનર્ਜੀ ਘੱਟ ਹੋਊਗੀ। ਆਹ ਪ੍ਰੋਡਕਟ ਹੋ ਗਿਆ, ਆਹ ਰਿਐਕਟੈਂਟ ਹੋ ਗਿਆ ਹੈ ਨਾ। ਇਹ ਸਿੰਪਲ ਜੀ ਗੱਲ ਹੈ। ਇਹਦੇ 'ਚ ਐਕਟੀਵੇਸ਼ਨ ਦੀ ਘੱਟ ਜ਼ਰੂਰਤ ਪੈਂਦੀ ਹੈ, ਕਿਉਂਕਿ ਆਪਣੇ ਆਪ ਇਹਨਾਂ ਨੇ ਕਵਰ ਹੋ ਜਾਣਾ। ਬਾਕੀ ਇਹਦਾ ਪੂਰਾ ਡਿਟੇਲ ਜਿਹੜਾ ਹੈਗਾ ਕਈ ਬੁੱਕਸ ਦੇ ਵਿੱਚ ਇਹਦੇ ਵਿੱਚ ਵੀ ਦਿੱਤਾ ਹੋਇਆ, ਨੈਕਸਟ 'ਚ ਵੀ ਹੈਗਾ। ਵੈਸੇ ਇਹ ਕੰਸੈਪਟ ਨੈਕਸਟ ਚੈਪਟਰ ਦਾ ਬਣਦਾ ਸਰਫੇਸ ਦਾ, ਉੱਥੇ ਪੂਰਾ ਡਿਟੇਲ ਦੇ ਵਿੱਚ ਦੱਸੂਗਾ, ਕਿਉਂਕਿ ਇਹਦੀ ਡਿਪੈਂਡੈਂਸ ਵੀ ਦੱਸਣੀ ਅੱਗੇ ਕਿ ਲੋ ਟੈਂਪਰੇਚਰ ਅਤੇ ਹਾਈ ਟੈਂਪਰੇਚਰ ਦੇ ਉੱਤੇ ਕਿਹੜੀਆਂ ਸਪੌਂਟੇਨੀਅਸ ਹੋਣਗੀਆਂ, ਕਿਵੇਂ ਹੋਣਗੀਆਂ, ਉਹ ਅਗਲੇ ਚੈਪਟਰ ਦੇ ਵਿੱਚ ਪੂਰਾ ਜਿਹੜਾ ਹੈਗਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ। ਅੱਜ ਲਈ ਇੰਨਾ ਕਾਫੀ ਹੈ। ਆਲ ਦਾ ਬੈਸਟ। ਨੈਕਸਟ ਇਹਦੇ ਜਿਹੜੇ ਹੈਗੇ ਨਿਊਮੈਰੀਕਲ ਸ਼ੁਰੂ ਹੋਣਗੇ, ਅਤੇ ਇਹਦੀ ਤਿਆਰੀ ਸ਼ੁਰੂ ਕਰ ਦਿਓ, ਇਹਦਾ ਟੈਸਟ ਵੀ ਹੋਏਗਾ ਜੀ। ਆਲ ਦਾ ਬੈਸਟ।